12ਵੀਂ ਜਮਾਤ ਦੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸਿਆਣੇ ਵਿਦਿਆਰਥੀਓ, ਵਿਸ਼ਾ ਹੈ ਸਵਾਗਤ ਜ਼ਿੰਦਗੀ, ਖੁਸ਼ਹਾਲ ਜੀਵਨ ਵੱਲ ਵਧਦੇ ਕਦਮ। ਪਿਆਰੇ ਵਿਦਿਆਰਥੀਓ, ਇਸ ਵੀਡੀਓ ਲੈਸਨ ਰਾਹੀਂ ਆਪਾਂ ਪਾਠ 5ਵਾਂ ਪੜਾਂਗੇ ਵੀ ਅਤੇ ਸਾਰੇ ਪ੍ਰਸ਼ਨਾਂ ਦੇ ਉੱਤਰ ਵੀ ਜਾਣਾਂਗੇ, ਖਾਲੀ ਥਾਵਾਂ ਵੀ ਭਰਾਂਗੇ ਅਤੇ ਸਹੀ ਗਲਤ ਕਥਨਾਂ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ। ਪਾਠ 5ਵਾਂ ਹੈ ਸਮਾਜਿਕ ਬੁਰਾਈਆਂ ਵਿਰੁੱਧ ਚੇਤਨਾ ਨਾਲ ਸੰਬੰਧਿਤ ਕਦਰਾਂ ਕੀਮਤਾਂ। ਉਪ ਵਿਸ਼ਾ ਹੈ ਸਮਾਜ ਸੁਧਾਰ, ਨਸ਼ੇ ਅਤੇ ਬੁਰੀ ਸੰਗਤ ਦਾ ਤਿਆਗ। ਪਾਠ 5ਵਾਂ ਸਮਾਜਿਕ ਬੁਰਾਈਆਂ ਵਿਰੁੱਧ ਚੇਤਨਾ ਨਾਲ ਸੰਬੰਧਿਤ ਕਦਰਾਂ ਕੀਮਤਾਂ। ਉਪ ਵਿਸ਼ਾ ਸਮਾਜ ਸੁਧਾਰ, ਨਸ਼ੇ ਅਤੇ ਬੁਰੀ ਸੰਗਤ ਦਾ ਤਿਆਗ। ਉਦੇਸ਼ ਨੰਬਰ 1, ਸਮਾਜਿਕ ਬੁਰਾਈ ਦੇ ਰੂਪ ਵਿੱਚ ਨਸ਼ਿਆਂ ਅਤੇ ਬੁਰੀ ਸੰਗਤ ਦਾ ਤਿਆਗ ਕਰਨਾ। ਉਦੇਸ਼ ਨੰਬਰ 2, ਨਸ਼ਾ ਮੁਕਤ ਨਿਰੋਏ ਸਮਾਜ ਨੂੰ ਉਸਾਰਨ ਦਾ ਸੁਨੇਹਾ ਦੇਣਾ। ਨੰਬਰ 3, ਸਮਾਜ ਵਿੱਚ ਨਸ਼ਿਆਂ ਵਰਗੀਆਂ ਘਾਤਕ ਬੁਰਾਈਆਂ ਨੂੰ ਰੋਕਣ ਵਿੱਚ ਭੂਮਿਕਾ ਨਿਭਾਉਣ ਦਾ ਅਹਿਸਾਸ ਕਰਵਾਉਣਾ ਅਤੇ ਪਰਿਵਾਰਕ ਰਿਸ਼ਤਿਆਂ ਦੀ ਪੱਕੀ ਸਾਂਝ ਨੂੰ ਪੈਦਾ ਕਰਕੇ ਸਮਾਜ ਸੁਧਾਰ ਕਰਨਾ। ਧਰਤੀ ਦੇ ਹੋਰ ਜੀਵਾਂ ਦੇ ਮੁਕਾਬਲੇ ਮਨੁੱਖ ਦੀ ਹੋਂਦ ਉੱਚੀ ਹੋਣ ਦਾ ਵੱਡਾ ਕਾਰਨ ਉਸ ਦਾ ਬੌਧਿਕ ਆਧਾਰ ਵਾਲਾ ਸਮਾਜ ਹੈ। ਨਿਰੋਏ ਵਿਅਕਤੀ ਨਾਲ ਹੀ ਨਿਰੋਏ ਸਮਾਜ ਦੀ ਸਿਰਜਣਾ ਸੰਭਵ ਹੈ। ਇਸ ਸਮਾਜ ਵਿੱਚ ਹੋਰ ਬੁਰਾਈਆਂ ਦੇ ਨਾਲ ਨਾਲ ਸ਼ਰਾਬ ਤੋਂ ਲੈ ਕੇ ਅਫੀਮ, ਪੋਸਤ, ਭੰਗ, ਭੁੱਕੀ, ਸਮੈਕ, ਸਿੰਥੈਟਿਕ ਨਸ਼ੀਲੇ ਪਦਾਰਥ ਜਾਂ ਨਸ਼ੀਲੀਆਂ ਦਵਾਈਆਂ ਦਾ ਸੇਵਨ ਵਿਅਕਤੀ ਦੇ ਨਿੱਜ ਤੋਂ ਲੈ ਕੇ ਉਸ ਦੇ ਪਰਿਵਾਰਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਨਾਸ਼ ਦਾ ਕਾਰਨ ਬਣਦੇ ਹਨ। ਨਸ਼ੇ ਦਾ ਕਦੇ ਵੀ ਕੋਈ ਮੁਨਾਫਾ ਨਹੀਂ ਹੁੰਦਾ। ਇਹ ਬੁਰਾਈ ਸਮਾਜ ਵਿੱਚ ਹੋਰ ਬੁਰਾਈਆਂ ਨੂੰ ਜਨਮ ਵੀ ਦਿੰਦੀ ਹੈ। ਪਿਆਰੇ ਵਿਦਿਆਰਥੀਓ, ਇਸ ਤਸਵੀਰ ਨੂੰ ਧਿਆਨ ਨਾਲ ਦੇਖੋ। ਇੱਕ ਦਿਖਾਇਆ ਹੈ ਖੁਸ਼ਹਾਲੀ ਦਾ ਰਾਹ। ਉਹ ਕੀ ਹੈ? ਆਪਾਂ ਹੱਸਣਾ ਖੇਡਣਾ ਹੈ, ਘਰ ਦੇ ਕੰਮ ਕਰਨੇ ਹਨ, ਸਮਾਜ ਵਿੱਚ ਰਹਿੰਦਿਆਂ ਹੋਇਆਂ ਇੱਕ ਦੂਜੇ ਦੀ ਮਦਦ ਵੀ ਕਰਨੀ ਹੈ। ਇਸ ਤੇ ਸਹੀ ਦਾ ਨਿਸ਼ਾਨ ਲੱਗਿਆ ਹੋਇਆ ਹੈ। ਹੇਠਾਂ ਦੇਖੋ, ਇੱਕ ਕਾਂਟੇ ਦਾ ਨਿਸ਼ਾਨ ਲੱਗਿਆ ਹੋਇਆ ਹੈ। ਇਸ ਵਿੱਚ ਕੀ ਦਿਖਾਇਆ ਹੈ? ਸ਼ਰਾਬ ਦੀ ਬੋਤਲ, ਜਿਹੜੇ ਨਸ਼ੇ ਵਾਲੇ ਟੀਕੇ ਨੇ ਉਸ ਦੀ ਤਸਵੀਰ ਤੇ ਹੋਰ ਕੁਝ ਅਜਿਹਾ ਸਾਧਨ ਜਿਹੜਾ ਬਰਬਾਦੀ ਦਾ ਹੈ, ਤਬਾਹੀ ਦਾ ਹੈ। ਇਸ ਕਰਕੇ ਇੱਥੇ ਲਿਖਿਆ ਹੈ ਤਬਾਹੀ ਦਾ ਰਾਹ। ਤਾਂ ਪਿਆਰੇ ਵਿਦਿਆਰਥੀਓ, ਆਪਾਂ ਆਪਣੇ ਜੀਵਨ ਵਿੱਚ ਖੁਸ਼ਹਾਲੀ ਦਾ ਰਾਹ ਅਪਣਾਉਣਾ ਹੈ। ਵਿਅਕਤੀ ਦੀ ਆਪਣੀ ਸੋਚ ਉੱਚੀ ਸੁੱਚੀ ਅਤੇ ਮਨੋਬਲ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪ ਵੀ ਇਹਨਾਂ ਬੁਰਾਈਆਂ ਤੋਂ ਬਚਿਆ ਰਹੇ ਅਤੇ ਚੌਗਿਰਦੇ ਨੂੰ ਵੀ ਬਚਾਉਣ ਲਈ ਯਤਨ ਕਰਦਾ ਰਹੇ। ਆਪਣੇ ਸਮਾਜ ਵਿੱਚ ਵਿਚਰਦਿਆਂ ਅਨੇਕਾਂ ਨਸ਼ਾਗ੍ਰਸਤ ਵਿਅਕਤੀਆਂ ਨਾਲ ਵਾਹ ਵਾਸਤਾ ਵੀ ਪੈਂਦਾ ਹੈ। ਲੋੜ ਇਸ ਦੇ ਮੰਦ ਪ੍ਰਭਾਵ ਤੋਂ ਬਚਣ ਦੀ ਹੈ ਅਤੇ ਨਸ਼ਾਗ੍ਰਸਤ ਵਿਅਕਤੀਆਂ ਨੂੰ ਚੌਗਿਰਦੇ ਦੀ ਪ੍ਰੇਰਨਾ ਤੇ ਸਹਿਯੋਗ ਰਾਹੀਂ ਇਸ ਦਲਦਲ ਵਿੱਚੋਂ ਬਾਹਰ ਕੱਢਣ ਦੀ ਹੈ। ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਜਦੋਂ ਸਮਾਜ ਦੀ ਕੋਈ ਧਿਰ ਨਜ਼ਰ ਅੰਦਾਜ਼ ਕਰ ਦਿੰਦੀ ਹੈ ਅਤੇ ਉਸ ਦੇ ਸੁਧਾਰ ਲਈ ਕੋਈ ਸਾਰਥਕ ਯਤਨ ਨਹੀਂ ਕਰਦੀ ਤਾਂ ਇਹ ਅਲਾਮਤ ਰੁਕਣ ਦੀ ਥਾਂ ਵਧਦੀ ਜਾਂਦੀ ਹੈ। ਇਸ ਬੁਰਾਈ ਦੀ ਰੋਕਥਾਮ ਲਈ ਸਵੈ ਵਿਸ਼ਵਾਸ, ਦ੍ਰਿੜ ਆਤਮਿਕ ਮਨੋਬਲ, ਡਾਕਟਰੀ ਸਹਾਇਤਾ, ਪ੍ਰਸ਼ਾਸਨ, ਸਰਕਾਰਾਂ ਅਤੇ ਸਮਾਜ ਦੇ ਸਕਾਰਾਤਮਕ ਉਪਰਾਲਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਜੇਕਰ ਮਨ ਦਾ ਇਰਾਦਾ ਦ੍ਰਿੜ ਹੈ ਤਾਂ ਦੁਨੀਆ ਦੀ ਕੋਈ ਤਾਕਤ ਨਸ਼ਾ ਲਗਾ ਨਹੀਂ ਸਕਦੀ। ਨਸ਼ਾ ਉਦੋਂ ਲੱਗਦਾ ਹੈ ਜਦੋਂ ਵਿਅਕਤੀ ਖੁਦ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰ ਲੈਂਦਾ ਹੈ।
ਇਸ ਵਿਸ਼ੇ ਵਿੱਚ ਜਿਸ ਕਹਾਣੀ ਨੂੰ ਕਿਰਿਆ ਕੇਂਦਰਿਤ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਜਾ ਰਿਹਾ ਹੈ, ਉਸ ਕਹਾਣੀ ਦੀ ਦੁਖਾਂਤਕ ਵਾਰਤਾ ਨਸ਼ਿਆਂ ਦੇ ਰੂਪ ਵਿੱਚ ਮੌਜੂਦ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਰਾਹ ਦਿਖਾਵੇਗੀ। ਪਹਿਲੀ ਕਿਰਿਆ ਪ੍ਰਸ਼ਨ ਮੂਲਕ ਬਿਰਤੀ ਜਾਣਨ ਦੀ ਜਿਗਿਆਸਾ ਜਗਾਉਂਦੀ ਹੈ। ਜਮਾਤ ਵਿੱਚ ਵੀ ਵਿਦਿਆਰਥੀ ਇਸ ਵਿਸ਼ੇ ਦੀ ਕਹਾਣੀ ਦੀ ਕਿਰਿਆ ਕੇਂਦਰਿਤ ਅੰਤਰ ਕਿਰਿਆ ਨੂੰ ਕਰਵਾਉਣ ਤੋਂ ਪਹਿਲਾਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਬਿਨਾਂ ਕਿਸੇ ਡਰ, ਝਿਜਕ ਜਾਂ ਸਹੀ ਜਾਂ ਗਲਤ ਹੋਣ ਦੇ ਖਦਸ਼ੇ ਦੇ ਆਪਣੀ ਮਰਜ਼ੀ ਅਨੁਸਾਰ ਦੇਣਗੇ। ਵਿਦਿਆਰਥੀ ਆਪਣੀ ਸਮਝ ਅਨੁਸਾਰ ਇਮਾਨਦਾਰੀ ਨਾਲ ਆਪਣਾ ਉੱਤਰ ਦੇਣਗੇ। ਪ੍ਰਸ਼ਨ ਨੰਬਰ 1, ਸਮਾਜ ਵਿੱਚ ਮੌਜੂਦ ਕੋਈ 2 ਬੁਰਾਈਆਂ ਦੇ ਨਾਂ ਲਿਖੋ। ਉੱਤਰ ਨੰਬਰ 1, ਨਸ਼ੇ ਦੀ ਆਦਤ। ਨੰਬਰ 2, ਚੋਰੀ ਕਰਨਾ। ਨੰਬਰ 3, ਦਹੇਜ ਪ੍ਰਥਾ। ਨੰਬਰ 4, ਵਿਆਹ ਸ਼ਾਦੀਆਂ ਤੇ ਦਿਖਾਵਾ। ਪ੍ਰਸ਼ਨ ਨੰਬਰ 2, ਸਮਾਜ ਵਿੱਚ ਸ਼ਰਾਬ ਨੂੰ ਇੱਕ ਬੁਰਾਈ ਮੰਨਦੇ ਹੋਏ ਇਸ ਵਿੱਚੋਂ ਪੈਦਾ ਹੋਣ ਵਾਲੀ ਕੋਈ ਇੱਕ ਬੁਰਾਈ ਦੱਸੋ। ਉੱਤਰ ਚੋਰੀ ਕਰਨਾ। ਸ਼ਰਾਬੀ ਵਿਅਕਤੀ ਸ਼ਰਾਬ ਪ੍ਰਾਪਤ ਕਰਨ ਲਈ ਚੋਰੀ ਕਰਨ ਲੱਗਦਾ ਹੈ। ਪ੍ਰਸ਼ਨ ਨੰਬਰ 3, ਜੇ ਕਿਸੇ ਨੂੰ ਤੁਸੀਂ ਕਿਸੇ ਵੀ ਕਿਸਮ ਦਾ ਨਸ਼ਾ ਕਰਦੇ ਦੇਖਦੇ ਹੋ ਤਾਂ ਤੁਸੀਂ ਕੀ ਕਰੋਗੇ? ਕੋਈ ਇੱਕ ਕਾਰਜ ਲਿਖਣਾ। ਉੱਤਰ ਅਸੀਂ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਪਿਆਰ ਨਾਲ ਸਮਝਾਵਾਂਗੇ ਕਿ ਨਸ਼ੇ ਦੀਆਂ ਬਹੁਤ ਹਾਨੀਆਂ ਹਨ। ਉਸ ਤੋਂ ਬਾਅਦ ਲੋੜ ਪੈਣ ਤੇ ਡਾਕਟਰੀ ਸਹਾਇਤਾ ਵੀ ਦਿਵਾਵਾਂਗੇ। ਵਿਦਿਆਰਥੀਆਂ ਦੇ ਜਵਾਬਾਂ ਨੂੰ ਸੁਣ ਕੇ ਅਧਿਆਪਕ ਨਸ਼ਿਆਂ ਦੇ ਸਮਾਜ ਲਈ ਘਾਤਕ ਹੋਣ ਦੀ ਅੰਤਰ ਕਿਰਿਆ ਨੂੰ ਅੱਗੇ ਤੋਰਦਿਆਂ ਉਹਨਾਂ ਨੂੰ 3 ਸਮੂਹਾਂ ਵਿੱਚ ਵੰਡ ਦੇਵੇਗਾ। ਕਿਸੇ ਵੀ ਵਿਦਿਆਰਥੀ ਦਾ ਉੱਤਰ ਨਿੱਜੀ ਰਾਏ ਅਨੁਸਾਰ ਵੱਖ-ਵੱਖ ਹੋ ਸਕਦਾ ਹੈ। ਦੂਸਰੀ ਕਿਰਿਆ, ਇਸ ਕਿਰਿਆ ਵਿੱਚ ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ ਕਹਾਣੀ ਅਧਿਆਪਕ ਵੱਲੋਂ ਕਿਸੇ ਫਿਲਮ ਦੇ ਦ੍ਰਿਸ਼ ਵਾਂਗ ਸੁਣਾਈ ਜਾਵੇਗੀ। ਵਿਦਿਆਰਥੀ ਪੂਰਾ ਧਿਆਨ ਕੇਂਦਰਿਤ ਕਰਕੇ ਕਹਾਣੀ ਨੂੰ ਇਸ ਤਰ੍ਹਾਂ ਸੁਣਨਗੇ ਜਿਵੇਂ ਇਕੱਲੇ ਦ੍ਰਿਸ਼ ਨੂੰ ਉਹ ਆਪ ਆਪਣੀਆਂ ਅੱਖਾਂ ਰਾਹੀਂ ਦੇਖ ਰਹੇ ਹੋਣ। ਵਿਦਿਆਰਥੀਆਂ ਦੇ ਵੱਖ-ਵੱਖ ਸਮੂਹ ਇਸ ਵਿੱਚ ਨਾਲੋਂ ਨਾਲ ਹੁੰਗਾਰਾ ਵੀ ਦੇਣਗੇ। ਉਹ ਇਹ ਵੀ ਧਿਆਨ ਰੱਖਣਗੇ ਕਿ ਕਹਾਣੀ ਨੂੰ ਸੁਣਨ ਸਮਝਣ ਉਪਰੰਤ ਇਸ ਦੇ ਥੀਮ ਜਾਂ ਵਿਸ਼ੇ ਰਾਹੀਂ ਸੰਵਾਦੀ ਕਿਰਿਆ ਵਿੱਚੋਂ ਸਹੀ ਰਾਏ ਨੂੰ ਵਿਕਸਿਤ ਕਰਕੇ ਨਰੋਏ ਸਮਾਜ ਵੱਲ ਵਧਣ ਲਈ ਉਪਰਾਲੇ ਵੀ ਕਰਨੇ ਹਨ। ਪਿਆਰੇ ਵਿਦਿਆਰਥੀਓ, ਇਸ ਤਸਵੀਰ ਨੂੰ ਧਿਆਨ ਨਾਲ ਦੇਖੋ। ਇਸ ਵਿੱਚ ਇੱਕ ਵੱਡੀ ਉਮਰ ਦੀ ਔਰਤ ਆਪਣੀ ਕੋਈ ਕਹਾਣੀ ਸੁਣਾ ਰਹੀ ਹੈ। ਜਦੋਂ ਉਹ ਕਹਾਣੀ ਸੁਣਾ ਰਹੀ ਹੈ ਤਾਂ ਉਸ ਦੇ ਦਿਮਾਗ ਦੇ ਵਿੱਚ ਕੁਝ ਚਿੱਤਰ ਬਣ ਰਹੇ ਹਨ। ਉੱਪਰ ਲਿਖਿਆ ਹੋਇਆ ਹੈ ਤਬਾਹੀ ਦਾ ਰਾਹ। ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਔਰਤ ਆਪਣੀ ਕੋਈ ਦੁਖਦਾਈ ਕਹਾਣੀ ਸੁਣਾ ਰਹੀ ਹੈ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਇਹ ਔਰਤ ਜਦੋਂ ਕਹਾਣੀ ਸੁਣਾਉਂਦੀ ਹੈ ਤਾਂ ਇਸ ਦੇ ਦਿਮਾਗ ਦੇ ਵਿੱਚ ਕੁਝ ਚਿੱਤਰ ਬਣ ਰਹੇ ਹਨ। ਉਸੇ ਤਰ੍ਹਾਂ ਜਦੋਂ ਤੁਸੀਂ ਕਹਾਣੀ ਸੁਣੋਗੇ ਤਾਂ ਆਪਣੀ ਕਲਪਨਾ ਸ਼ਕਤੀ ਦੀ ਵਰਤੋਂ ਨਾਲ ਕੁਝ ਚਿੱਤਰ ਆਪਣੀਆਂ ਮਨ ਦੀਆਂ ਅੱਖਾਂ ਨਾਲ ਦੇਖਣੇ ਹਨ। ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ। ਲਘੂ ਕਹਾਣੀ। ਪਿਆਰੇ ਵਿਦਿਆਰਥੀਓ, ਇੱਕ ਸ਼ਬਦ ਹੁੰਦਾ ਹੈ ਸਪੁੱਤ, ਇੱਕ ਸ਼ਬਦ ਹੁੰਦਾ ਹੈ ਕੁਪੁੱਤ। ਜਿਹੜਾ ਕਪੁੱਤ ਹੁੰਦਾ ਹੈ ਉਹ ਮਾੜਾ ਪੁੱਤਰ ਹੈ, ਜਿਹੜਾ ਸਪੁੱਤ ਹੈ ਉਹ ਚੰਗਾ ਪੁੱਤਰ ਹੈ। ਮਿਲਣ ਤਾਂ ਅਸਲ ਵਿੱਚ ਮੈਂ ਆਪਣੇ ਸਹੁਰਿਆਂ ਨੂੰ ਗਿਆ ਸਾਂ, ਪਰ ਰਾਹ ਵਿੱਚ ਸੋਚਿਆ ਕਿ ਆਪਣੀ ਪਤਨੀ ਦੀ ਭੂਆ ਦੇ ਵਿਦੇਸ਼ ਵਿੱਚ ਜਹਾਨੋਂ ਤੁਰ ਗਏ ਪੁੱਤ ਦਾ ਅਫਸੋਸ ਹੀ ਕਰ ਆਵਾਂ। ਦੇਖਿਆ ਤਾਂ ਭੂਆ ਵਿਚਾਰੀ ਅੰਤਾਂ ਦੀ ਦੁਖੀ ਸੀ। ਭੂਆ ਨੇ ਰੋ ਰੋ ਕੇ ਅੱਖਾਂ ਸੁਜਾਈਆਂ ਹੋਈਆਂ ਸਨ। ਮੈਂ ਸੋਚਿਆ
ਕਿ ਪੁੱਤ ਦੇ ਤੁਰ ਜਾਣ ਦਾ ਦੁੱਖ ਤਾਂ ਹੋਣਾ ਹੀ ਹੈ। ਮਾਂ ਨੂੰ ਪੁੱਤ ਜਾਨੋਂ ਵੱਧ ਪਿਆਰੇ ਹੁੰਦੇ ਹੈ। ਭੂਆ, ਰੱਬ ਵੀ ਤਰਸ ਨਹੀਂ ਕਰਦਾ। ਜਵਾਨੀ 'ਚ ਹੀ ਪੁੱਤ ਕਿਉਂ ਖੋਹ ਲੈਂਦਾ ਏ ਮਾਵਾਂ ਤੋਂ। ਇਹ ਬੋਲ ਬੋਲੇ ਹੀ ਸਨ ਕਿ ਭੁੱਬਾ ਮਾਰ ਕੇ ਰੋ ਪਈ ਭੂਆ। ਆਖੇ, ਹੁਣ ਤਾਂ ਪੁੱਤ ਦੀਦੇ ਵੀ ਕੰਮ ਛੱਡ ਗਏ, ਮੈਨੂੰ ਤਾਂ ਦੁੱਖਾਂ ਨੇ ਖਾ ਲਿਆ ਸਾਰੀ ਉਮਰ। ਭੂਆ, ਸਬਰ ਰੱਖ, ਕੁਦਰਤ ਦੀ ਕਰਨੀ ਨੂੰ ਕਿਵੇਂ ਟਾਲ ਸਕਦੇ ਹਾਂ ਆਪਾਂ। ਮੇਰੇ ਇਹ ਬੋਲ ਸੁਣ ਕੇ ਭੂਆ ਨੇ ਭਰੇ ਮਨ ਨਾਲ ਕਿਹਾ, ਪੁੱਤ, ਇੱਕ ਮਰਦਾ ਤਾਂ ਸਬਰ ਕਰ ਲੈਂਦੀ, ਮੇਰਾ ਤਾਂ ਸਾਰਾ ਖਾਨਦਾਨ ਹੀ ਮਰ ਮੁੱਕ ਗਿਆ। ਕਰੋੜਾਂ ਦੀ ਜਾਇਦਾਦ ਵਾਲੀ ਤੇਰੀ ਖਾਨਦਾਨੀ ਭੂਆ ਅੱਜ ਸਭ ਕੁਝ ਗਵਾ ਕੇ ਗਲੀ ਦੇ ਕੱਖਾਂ ਵਾਂਗ ਰੁਲਦੀ ਪਈ ਆ। ਮੈਂ ਸਮਝਿਆ ਨਹੀਂ ਭੂਆ। ਸੁਣ ਫਿਰ ਭੂਆ ਦੇ ਦੁੱਖ। ਵਿਆਹੀ ਆਈ ਤਾਂ ਤੇਰਾ ਫੁੱਫੜ ਤਹਿਸੀਲ 'ਚ ਲੱਗਾ ਸੀ ਵੱਡਾ ਅਫਸਰ। ਸ਼ਹਿਰ 'ਚ ਆਉਣ ਕਰਕੇ ਉਦੋਂ ਦੀ ਖਰੀਦੀ ਜਾਇਦਾਦ ਕਰੋੜਾਂ 'ਚ ਸੀ। ਘਰ 'ਚ ਸ਼ਰਾਬ ਨੇ ਖਹਿੜਾ ਨਾ ਛੱਡਿਆ। ਬਥੇਰਾ ਵਾਸਤਾ ਪਾਉਂਦੀ ਸਾਂ ਕਿ ਨਾ ਪੀਵੇ, ਪਰ ਇੱਕ ਨਾ ਮੰਨੀ। ਪੀ ਪੀ ਕੇ ਤੇਰਾ ਫੁੱਫੜ ਹੀ ਤੁਰ ਗਿਆ। ਵੱਡੇ ਮੁੰਡੇ ਨੂੰ ਉਹਦੀ ਨੌਕਰੀ ਮਿਲੀ, ਸਰਕਾਰੀ ਨੌਕਰੀ ਵਾਲੀ ਨਾਲ ਉਹਦਾ ਵਿਆਹ ਕਰ ਦਿੱਤਾ। ਸ਼ਰਾਬ ਪੀ ਪੀ ਕੇ ਉਹ ਵੀ ਚੱਲਦਾ ਹੋਇਆ। ਭੂਆ ਰੋ ਰੋ ਕੇ ਦੱਸਦੀ ਜਾ ਰਹੀ ਸੀ। ਮੈਂ ਸੁਣਦਾ ਜਾ ਰਿਹਾ ਸਾਂ। ਦੁਖੀ ਤਾਂ ਮੈਂ ਵੀ ਬਹੁਤ ਸਾਂ। ਫੇਰ ਭੂਆ? ਫੇਰ ਕੀ, ਨੂੰਹ ਸਿਆਣੀ ਨਿਕਲੀ। 2 ਮੁੰਡੇ ਸੀ। ਕਹਿੰਦੀ ਪੇਕੇ ਜ਼ੋਰ ਪਾਉਂਦੇ ਕਿ ਇੱਥੇ ਆ ਜਾ, ਛੱਡ ਸਹੁਰਾ ਘਰ। ਪਰ ਉਹ ਕਹਿੰਦੀ ਬਸ ਜਿੱਥੇ ਵਿਆਹੀ ਉੱਥੇ ਹੀ ਕੱਟੂ ਸਾਰੀ। ਦੂਜੇ ਛੋਟੇ ਮੁੰਡੇ ਨਾਲ ਉਹਦੀ ਚਾਦਰ ਪਾ ਦਿੱਤੀ। ਉਹ ਵਿਚਾਰੀ ਕਰਮਾ ਮਾਰੀ ਆਪਣੇ ਮੁੰਡਿਆਂ ਨੂੰ ਵੀ ਸੰਭਾਲਦੀ ਤੇ ਮੇਰਾ ਵੀ ਖਿਆਲ ਰੱਖਦੀ। ਛੋਟਾ ਬਿਜਲੀ ਦਾ ਕੰਮ ਕਰਦਾ ਸੀ। ਭੂਆ ਸਭ ਦੱਸੀ ਜਾ ਰਹੀ ਸੀ। ਅੱਛਾ, ਫਿਰ? ਛੋਟਾ ਮੁੰਡਾ ਵੀ ਨਸ਼ਿਆਂ ਤੇ ਲੱਗ ਗਿਆ। ਬਾਪ ਦਾ ਸਾਇਆ ਨਹੀਂ ਤੇ ਯਾਰ ਵੀ ਉਹਦੇ ਨਖੱਟੂ ਤੇ ਐਬੀ। ਨੂੰਹ ਕਰਮੀ ਸਿਆਣੀ ਸੀ। ਆਖੇ, ਨੌਕਰੀ ਛੱਡ ਕੇ ਵਿਦੇਸ਼ ਲੈ ਜਾਨੀ ਆ, ਘੱਟੋ ਘੱਟ ਨਸ਼ਿਆਂ 'ਚੋਂ ਤਾਂ ਬਚ ਜਾਵਾਂਗੇ। ਉਜੜਦਾ ਘਰ ਦੇਖ ਮੈਨੂੰ ਨੂੰਹ ਦੀ ਗੱਲ ਠੀਕ ਲੱਗੀ। ਕੰਬਖਤ ਸ਼ਰਾਬੀ ਨੂੰ ਸਿਆਣਾ ਜਾਣ ਜ਼ਮੀਨ ਨਾ ਲਵਾ ਦਿੱਤੀ ਸੀ ਪਹਿਲਾਂ ਹੀ। ਵੇਚ ਦਿੱਤੀ ਕੌਡੀਆਂ ਦੇ ਭਾਅ, ਉਹ ਵੀ ਉਹਨੇ। ਨੂੰਹ ਨੇ ਵਿਦੇਸ਼ ਦੇ ਟੈਸਟ ਪਾਸ ਕੀਤੇ, ਵੀਜ਼ਾ ਆਇਆ, ਘਰ 'ਚ ਰਹਿੰਦਾ ਪੈਸਾ ਵਿਦੇਸ਼ ਜਾਣ ਤੇ ਲਾ ਦਿੱਤਾ। 2 ਪੋਤਿਆਂ ਤੇ ਮੇਰੇ ਛੋਟੇ ਮੁੰਡੇ ਜੱਸੀ ਸਮੇਤ ਸਾਰੇ ਕੈਨੇਡਾ ਜਾ ਵਸੇ। ਵਧੀਆ ਰਹਿੰਦੇ ਤੇ ਚੰਗਾ ਖਾਂਦੇ ਸਾਰੇ ਉੱਥੇ। ਨੂੰਹ ਦਾ ਫੋਨ ਆਇਆ ਕਰਦਾ ਸੀ ਅਕਸਰ ਕਿ ਇੱਥੇ ਹੋਰ ਨਸ਼ੇ ਤਾਂ ਨਹੀਂ ਮਿਲਦੇ, ਪਰ ਸ਼ਰਾਬ ਦਾ ਖਹਿੜਾ ਨਹੀਂ ਛੱਡਦਾ ਜੱਸੀ। ਕੰਮ ਵੀ ਇਸ ਨੇ ਛੱਡ ਦਿੱਤਾ, ਕੁੱਟਣ ਮਾਰਨ ਵੀ ਲੱਗ ਪਿਆ। ਬਸ ਸ਼ਰਾਬ 'ਚ ਰੁੜ ਮਰ ਗਿਆ ਵਿਦੇਸ਼ ਵਾਲਾ ਜੱਸੀ ਵੀ। ਭੂਆ, ਐਡਾ ਜੇਰਾ ਲਈ ਬੈਠੀ ਏ ਤੂੰ, ਦੁੱਖਾਂ ਦਾ ਪਹਾੜ ਟੁੱਟਿਆ ਤੇਰੇ ਤੇ। ਪੁੱਤ, ਇਹ ਤਾਂ ਕੁਝ ਵੀ ਨਹੀਂ। ਆ ਅੱਗੇ ਸੁਣ। ਆ ਤੀਜੇ ਮੁੰਡੇ ਮਨਜੀਤ ਕੋਲ ਰਹਿੰਦੀ ਆ ਹੁਣ। ਮਾਲ ਮਹਿਕਮੇ 'ਚ ਲੱਗਾ ਸੀ ਠੇਕੇ ਤੇ। ਮਰਿਆਂ ਤੋਂ ਵੀ ਮਾੜਾ ਨਿਕਲਿਆ ਇਹ ਤਾਂ। ਇਹਦੀ ਤੀਵੀਂ ਜੀਤੀ ਵੀ ਨੇੜੇ ਦੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੀ ਆ। ਠੱਗੀ ਠੋਰੀ ਨਾਲ ਪੈਸਾ ਕਮਾਉਣ ਲੱਗ ਪਿਆ। ਵੱਡੇ ਵੱਡੇ ਅਫਸਰਾਂ ਨਾਲ ਬਹਿਣਾ ਖਲੋਣਾ ਹੋਇਆ। ਵੱਡੇ ਵੱਡੇ ਹੋਟਲਾਂ 'ਚ ਐਸ਼ ਕਰਨ ਲੱਗ ਪਿਆ। ਕਈ ਦਿਨ ਘਰੋਂ ਬਾਹਰ ਰਹਿਣਾ ਤੇ ਘਰ ਇੱਕ ਧੇਲਾ ਨਹੀਂ ਦੇਣਾ ਇਸਨੇ। ਨੂੰ ਆਪਣੀ ਤਨਖਾਹ 'ਚੋਂ ਸਰਦਾ ਬੰਦਾ ਦੇ ਕੇ ਮੇਰਾ ਰੋਟੀ ਟੁੱਕ ਕਰਦੀ ਰਹੀ ਵਿਚਾਰੀ। ਬਥੇਰਾ ਰੋਕਦੀ ਆ ਮੇਰੀ ਨੂੰਹ ਵਿਚਾਰੀ, ਬਸ ਕੁੱਟ ਖਾ ਬੇਵੱਸ ਹੋ ਜਾਂਦੀ।
ਹੁਣ ਪਤਾ ਲੱਗਾ ਕਿ ਮਨਜੀਤ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਮਹਿਕਮੇ ਨੇ। ਆਖੇ ਸ਼ਰਾਬ ਤੋਂ ਵੱਧਦਾ ਸਮੈਕ ਉੱਤੇ ਲੱਗਾ ਏ। ਬਾਹਰ ਦਿਆਂ ਐਬੀ ਯਾਰਾਂ ਦੇ ਭੈੜੇ ਸਵਾਦਾਂ 'ਚ ਕਈ ਮਹੀਨਿਆਂ ਤੋਂ ਘਰੋਂ ਵੀ ਬੇਘਰ ਹੋ ਗਿਆ। ਨਿਖੁੱਟੇ ਯਾਰਾਂ ਹੀ ਨਸ਼ੇ ਦਾ ਲਾਹਾ ਲੈ ਲਿਆ ਸਾਰਾ। ਉਹ ਕਿਵੇਂ ਭੂਆ? ਮੈਂ ਦੁਖੀ ਮਨ ਨਾਲ ਕਿਹਾ। ਬਸ ਕੁਝ ਨਾ ਪੁੱਛ। ਘਰ ਵੀ ਵੇਚ ਦਿੱਤਾ ਸੀ ਇਹਨੇ ਚਾਲਬਾਜ਼ ਨਸ਼ੇੜੀ ਯਾਰਾਂ ਨੂੰ। ਕਬਜ਼ਾ ਲੈਣ ਆਏ ਸੀ ਉਹ। ਕਾਗਜ਼ ਵੇਖ ਕੇ ਹੀ ਪਤਾ ਲੱਗਾ। ਥਾਣਿਆਂ 'ਚ ਰੋਲਿਆ ਤੇਰੀ ਭੂਆ ਨੂੰ ਤੇਰੇ ਇਸ ਸਾਲੇ ਨੇ। ਕਾਹਦਾ ਪੁੱਤ ਆ ਇਹ ਤੇਰਾ ਭੂਆ, ਜਿਹੜਾ ਪੱਤ ਹੀ ਨਾ ਬਚਾ ਸਕਿਆ ਤੇਰੀ? ਮੇਰੇ ਦੁਖੀ ਹੋਏ ਦੇ ਬੋਲ ਨਿਕਲੇ। ਜੀਤੀ ਨੇ ਆਪਣੇ ਗਹਿਣੇ ਵੇਚੇ, ਮੁੱਲ ਦੇ ਕੇ ਘਰ ਬਚਾਇਆ ਦੁਬਾਰਾ। ਕਹਿੰਦੀ ਮੇਰੀ ਮਾਂ ਵਰਗੀ ਸੱਸ ਦਾ ਘਰ ਏ, ਭਾਵੇਂ ਨਰਕ ਭੋਗਾਂ, ਮਰਨਾ ਵੀ ਇਸੇ ਘਰ ਹੀ ਆ ਮੈਂ। ਕਰੋੜਾਂ ਦੀ ਮਾਲਕ ਅੱਜ ਨਸ਼ੇੜੀ ਪੁੱਤਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਘਰੋਂ ਵੀ ਬੇਘਰ ਹੋਈ ਪਈਆਂ ਮੈਂ। ਕਾਹਦਾ ਖਾਨਦਾਨ? ਇਹੋ ਜਿਹੇ ਨਸ਼ੇੜੀ ਪੁੱਤਾਂ ਨਾਲੋਂ ਤਾਂ ਮੇਰੀਆਂ ਨੂੰਹਾਂ ਚੰਗੀਆਂ, ਘਰ ਦੀ ਇੱਜ਼ਤ ਤਾਂ ਬਚਾਉਂਦੀਆਂ ਰਹੀਆਂ। ਭੂਆ ਰੋ ਰਹੀ ਸੀ। ਬਸ ਇੰਜ ਲੱਗ ਰਿਹਾ ਸੀ ਮੈਨੂੰ ਜਿਵੇਂ ਕਪੁੱਤਾਂ ਦੇ ਦਿੱਤੇ ਦੁੱਖਾਂ ਦੇ ਪਹਾੜ ਵਿੱਚ ਨੂੰਹਾਂ ਹੀ ਰੱਬ ਬਣ ਬੌੜੀਆਂ ਹੋਣ ਭੂਆ ਲਈ। ਸਾਲ ਬਾਅਦ ਭੂਆ ਦੇ ਆਏ ਫੋਨ ਤੋਂ ਤਰਬਕ ਤਾਂ ਗਿਆ ਹੀ ਸਾਂ ਕਿ ਫੇਰ ਕਿਤੇ ਨਸ਼ੇੜੀ ਪੁੱਤ ਦੀ ਮੌਤ ਦਾ ਸੁਨੇਹਾ ਹੀ ਨਾ ਆ ਗਿਆ ਹੋਵੇ। ਸੁੱਖੀ ਸਾਂਦੀ ਭੂਆ ਲੰਮੀ ਗੱਲ ਕਰਦਿਆਂ ਦੱਸ ਰਹੀ ਸੀ, ਤੇਰਾ ਨਸ਼ੇ ਦਾ ਮਾਰਿਆ ਸਾਲਾ ਪਰਤ ਆਇਆ ਈ। ਭਲਾ ਹੋਏ ਰੱਬ ਬਣ ਬੌੜੇ ਗੁਰਦਿੱਤ ਸਿਉਂ ਦਾ। ਘਰੋਂ ਨਿਕਲੇ ਨਸ਼ੇੜੀ ਨੂੰ ਜਦੋਂ ਰੋਟੀ ਕਿਸੇ ਨੇ ਦਿੱਤੀ ਤਾਂ ਜਿਹੜਾ ਗੁਰਦਿੱਤ ਸਿਉਂ ਆਪਣੇ ਘਰੀ ਮੌਤ ਦੇ ਮੂੰਹੋਂ ਬਚੇ ਪੁੱਤ ਨੂੰ ਛੱਡ ਕੇ ਗਿਆ ਨਾ, ਉਹ ਦੱਸਦਾ ਸੀ ਕਿ ਉਸ ਦਾ ਪੁੱਤ ਕੋਈ ਨਹੀਂ ਸੀ। ਗਲੀਆਂ 'ਚ ਰੁਲਦੇ ਨੂੰ ਆਪਣਾ ਪੁੱਤ ਸਮਝ ਪਹਿਲਾਂ 2-3 ਮਹੀਨੇ ਨਸ਼ਾ ਰੋਕੂ ਦਵਾਖਾਨੇ 'ਚ ਦਾਖਲ ਕਰਾਇਆ, ਫਿਰ ਖੇਤਾਂ 'ਚ ਆਰੇ ਲਾਇਆ, ਦਿਨ ਰਾਤ ਇੱਕ ਕਰਕੇ ਇਹਦਾ ਮਨ ਸਮਝਾਇਆ। ਇਹਦਾ ਸੱਚਾ ਦੋਸਤ ਵੀ ਬਣਿਆ ਤੇ ਹਮਦਰਦ ਵੀ। ਦਿਨ ਰਾਤ ਖੇਤਾਂ 'ਚ ਕਿਰਤ ਕਰਦਾ ਨਹੀਂ ਥੱਕਦਾ ਇਹ ਮਨਜੀਤ। ਮਾਂ ਦੀਆਂ ਆਂਦਰਾਂ ਤੇ ਤੀਵੀਂ ਦੀਆਂ ਅੱਖਾਂ ਦੇ ਹੰਝੂਆਂ ਤੋਂ ਤੌਬਾ ਕਰਨ ਦੀ ਇਸ ਪੁੱਤ ਦੀ ਵਿਲਕ ਨੇ ਇਸ ਦੀ ਘਰ ਵਾਪਸੀ ਕੀਤੀ। ਸਰਦਾਰ ਗੁਰਦਿੱਤ ਸਿਉਂ ਕਹਿੰਦਾ, ਖੇਤਾਂ 'ਚ ਉਵੇਂ ਹੀ ਕੰਮ ਕਰੂ ਏ ਤੇਰਾ ਸ਼ੇਰ ਪੁੱਤ, ਮਹੀਨਾ ਤਨਖਾਹ ਵੀ ਲਊ, ਪਰ ਹੁਣ ਇਹ ਆਂਦਰਾਂ ਤੜਪਾਊ ਨਹੀਂ, ਆਂਦਰਾਂ ਨੂੰ ਕਿਰਤ ਦੀ ਠੰਡ ਪਾਊ। ਪੁੱਤ ਹੁਣ ਸੁਧਰ ਗਿਆ ਈ ਤੇਰਾ ਸਾਲਾ। ਨੂੰ ਵੀ ਫੁੱਲੀ ਨਹੀਂ ਉਹ ਸਮਾਉਂਦੀ ਹੁਣ। ਆਪ ਹੀ ਕਹਿੰਦੀ ਫਿਰਦੀ ਹੁਣ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਭੂਆ ਦੀ ਲੰਬੀ ਚੌੜੀ ਗੱਲ 'ਚ ਲਗਾਤਾਰ ਹੁੰਗਾਰੇ ਭਰਦਾ ਰਿਹਾ। ਦੁਖਦਾਈ ਮਨ ਨੂੰ ਵੱਡੀ ਢਾਰਸ ਵੀ ਮਿਲੀ। ਮੇਰੀ ਗੱਲ ਦੇ ਅਖੀਰਲੇ ਸ਼ਬਦ ਕਿ ਭੂਆ ਤੇਰਾ ਮਨਜੀਤ ਸੱਚੀ ਮਨ ਦੀ ਬਾਜੀ ਜਿੱਤ ਗਿਆ ਈ। ਕਪੁੱਤਾਂ ਨਾਲੋਂ ਤੇਰੀਆਂ ਨੂੰਹਾਂ ਤਾਂ ਚੰਗੀਆਂ ਹੈ ਹੀ ਨੇ, ਪਰ ਕਪੁੱਤ ਵੀ ਤੇਰਾ ਸਪੁੱਤ ਬਣ ਗਿਆ ਈ। ਪਿਆਰੇ ਵਿਦਿਆਰਥੀਓ, ਇਹ ਕਹਾਣੀ ਡਾਕਟਰ ਪਰਮਜੀਤ ਸਿੰਘ ਕਲਸੀ ਦੁਆਰਾ ਲਿਖੀ ਗਈ ਹੈ। ਤੀਸਰੀ ਕਿਰਿਆ, ਸਾਰੇ ਸਮੂਹ ਆਪਣੇ ਆਪਣੇ ਸਮੂਹ ਵਿੱਚ ਕਹਾਣੀ ਸੁਣ ਕੇ ਸੰਵਾਦ ਰਚਾਉਣ ਉਪਰੰਤ ਆਪਣੀ ਅੰਤਰ ਕਿਰਿਆ ਹੇਠ ਲਿਖੇ ਅਨੁਸਾਰ ਬਿਆਨ ਕਰਨਗੇ। ਪ੍ਰਸ਼ਨ ਨੰਬਰ 1, ਮੰਨ ਲਓ ਕਿ ਤੁਸੀਂ ਭੂਆ ਦੀ ਥਾਂ ਤੇ ਹੁੰਦੇ ਤਾਂ ਤੁਸੀਂ ਦੁਬਾਰਾ ਮਨਜੀਤ ਦੀ ਘਰ ਵਾਪਸੀ ਕਰਵਾ ਲੈਂਦੇ?
ਜਵਾਬ 50 ਕੁ ਸ਼ਬਦਾਂ ਵਿੱਚ ਦਿਓ। ਉੱਤਰ ਹਾਂਜੀ ਕਰਵਾ ਲੈਂਦੇ। ਜੇਕਰ ਪੁੱਤ ਸੁਧਰ ਜਾਵੇ ਤਾਂ ਮਾਂ ਨੂੰ ਹੀ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਨਾਲੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਪ੍ਰਸ਼ਨ ਨੰਬਰ 2, ਕਹਾਣੀ ਵਿੱਚ ਕਿੰਨੀਆਂ ਮੌਤਾਂ ਹੋਈਆਂ ਅਤੇ ਉਹਨਾਂ ਦੇ ਮੁੱਖ ਕਾਰਨ ਕੀ ਸਨ? 1-2 ਸਤਰਾਂ ਵਿੱਚ ਲਿਖੋ। ਉੱਤਰ 3 ਮੌਤਾਂ, ਭੂਆ ਦੇ ਪਤੀ ਦੀ, ਵੱਡੇ ਮੁੰਡੇ ਦੀ ਤੇ ਛੋਟੇ ਮੁੰਡੇ ਜੱਸੀ ਦੀ। ਮੌਤਾਂ ਦਾ ਕਾਰਨ ਨਸ਼ੇ ਦੀ ਆਦਤ ਸੀ। ਪ੍ਰਸ਼ਨ ਨੰਬਰ 3, ਇਸ ਕਹਾਣੀ ਵਿੱਚ ਨਸ਼ੇ ਲਗਾਉਣ ਵਾਲੀਆਂ ਅਤੇ ਨਸ਼ਿਆਂ ਤੋਂ ਰੋਕਣ ਵਾਲੀਆਂ ਧਿਰਾਂ ਜਾਂ ਪਾਤਰਾਂ ਦੇ ਨਾਂ ਲਿਖੋ ਜਾਂ ਦੱਸੋ। ਉੱਤਰ ਨਸ਼ਾ ਲਾਊ ਧਿਰਾਂ, ਨਸ਼ਾ ਰੋਕੂ ਧਿਰਾਂ। ਨਸ਼ਾ ਲਾਊ ਧਿਰਾਂ ਦੇ ਵਿੱਚ ਹੈ ਐਬੀ ਸੰਗਤ ਵਾਲੇ ਯਾਰ ਬੇਲੀ। ਨਸ਼ਾ ਰੋਕੂ ਧਿਰਾਂ ਦੇ ਵਿੱਚ ਹਨ ਨੰਬਰ 1 ਭੂਆ, ਲੇਖਕ ਦੀ ਪਤਨੀ ਦੀ ਭੂਆ। ਨੰਬਰ 2 ਵੱਡੀ ਨੂੰ। ਨੰਬਰ 3 ਛੋਟੀ ਨੂੰ ਜੀਤੀ। ਨੰਬਰ 4 ਸਰਦਾਰ ਗੁਰਦਿੱਤਾ ਸਿੰਘ। ਪ੍ਰਸ਼ਨ ਨੰਬਰ 4, ਕਹਾਣੀ ਵਿੱਚ ਕਿਸੇ ਇੱਕ ਸੁਧਾਰਕ ਦ੍ਰਿਸ਼ਟੀ ਵਾਲੇ ਪਾਤਰ ਦਾ ਨਾਂ ਲਿਖੋ ਜਿਸ ਵਰਗੇ ਤੁਸੀਂ ਬਣਨਾ ਚਾਹੁੰਦੇ ਹੋ। ਘੱਟੋ ਘੱਟ ਇਹ ਦਲੀਲ ਵੀ ਦਿਓ ਕਿ ਤੁਸੀਂ ਉਸ ਵਰਗਾ ਬਣਨਾ ਕਿਉਂ ਚਾਹੁੰਦੇ ਹੋ। ਉੱਤਰ ਕਹਾਣੀ ਵਿੱਚ ਸੁਧਾਰਕ ਦ੍ਰਿਸ਼ਟੀ ਵਾਲੇ ਪਾਤਰ ਦਾ ਨਾਮ ਹੈ ਸਰਦਾਰ ਗੁਰਦਿੱਤਾ ਸਿੰਘ। ਮੈਂ ਵੀ ਉਹਨਾਂ ਵਾਂਗ ਬਣਨਾ ਚਾਹੁੰਦਾ ਹਾਂ ਕਿਉਂਕਿ ਉਹਨਾਂ ਨੇ ਮਨਜੀਤ ਦੇ ਸੱਚੇ ਦੋਸਤ ਤੇ ਹਮਦਰਦ ਬਣ ਕੇ ਡਾਕਟਰੀ ਸਹਾਇਤਾ ਨਾਲ ਮਨਜੀਤ ਦਾ ਨਾ ਸਿਰਫ ਨਸ਼ਾ ਛੁਡਾਇਆ ਬਲਕਿ ਉਸ ਨੂੰ ਕਿਰਤ ਕਰਨ ਲਈ ਪ੍ਰੇਰਿਆ ਵੀ। ਵੰਡੇ ਗਏ 3 ਸਮੂਹ ਇਹ ਮੰਨ ਕੇ ਚੱਲਣਗੇ ਕਿ ਪਹਿਲਾ ਸਮੂਹ ਕਹਾਣੀ ਦੇ ਪਾਤਰ ਭੂਆ ਜਾਂ ਨੂੰਹਾਂ ਦੀ ਧਿਰ, ਦੂਸਰਾ ਸਮੂਹ ਨਸ਼ੇ ਦੇ ਸ਼ਿਕਾਰ ਪਿਓ ਪੁੱਤ ਅਤੇ ਤੀਸਰਾ ਸਮੂਹ ਕਹਾਣੀ ਵਿਚਲੇ ਗੁਰਦਿੱਤ ਸਿਉ ਪਾਤਰ ਵਾਲੀ ਧਿਰ ਨਾਲ ਸੰਬੰਧਿਤ ਹੈ। ਤਿੰਨਾਂ ਸਮੂਹਾਂ ਦੀ ਵਾਦ ਵਿਵਾਦ ਦੇ ਰੂਪ ਵਿੱਚ ਸੰਵਾਦੀ ਕਿਰਿਆ ਕਰਵਾ ਕੇ ਉਹਨਾਂ ਦੇ ਚੰਗੇ ਬੁਰੇ ਕੰਮਾਂ ਦੇ ਆਧਾਰ ਉੱਤੇ ਨਿਮਨ ਲਿਖਤ ਅਨੁਸਾਰ ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣਗੇ। ਪ੍ਰਸ਼ਨ ਨੰਬਰ 1, ਕਹਾਣੀ ਵਿੱਚ ਮੁੱਖ ਨਸ਼ੇ ਕਿਹੜੇ ਸਨ? ਉੱਤਰ ਸ਼ਰਾਬ ਤੇ ਸਮੈਕ। ਪ੍ਰਸ਼ਨ ਨੰਬਰ 2, ਕਹਾਣੀ ਵਿੱਚ ਮੌਤਾਂ ਕਿਉਂ ਹੋਈਆਂ? ਉੱਤਰ ਨਸ਼ੇ ਕਾਰਨ, ਜਾਂ ਆਪਾਂ ਲਿਖ ਸਕਦੇ ਹਾਂ ਨਸ਼ੇ ਦੇ ਆਦੀ ਹੋਣ ਕਾਰਨ। ਪ੍ਰਸ਼ਨ ਨੰਬਰ 3, ਐਬੀ ਸੰਗਤ ਵਾਲੇ ਯਾਰ ਬੇਲੀ ਨੇ ਕਹਾਣੀ ਵਿੱਚ ਮਨਜੀਤ ਉੱਤੇ ਚੰਗਾ ਜਾਂ ਮਾੜਾ ਪ੍ਰਭਾਵ ਪਾਇਆ। ਕਹਾਣੀ ਦੇ ਆਧਾਰ ਉੱਤੇ ਕੋਈ ਇੱਕ ਦਲੀਲ ਨਾਲ ਸਪਸ਼ਟ ਕਰੋ। ਉੱਤਰ ਐਬੀ ਸੰਗਤ ਵਾਲੇ ਯਾਰ ਬੇਲੀਆਂ ਨੇ ਮਨਜੀਤ ਤੇ ਮਾੜਾ ਪ੍ਰਭਾਵ ਪਾਇਆ। ਉਹਨਾਂ ਨੇ ਮਨਜੀਤ ਨੂੰ ਨਸ਼ੇ ਤੇ ਲਾਇਆ ਤੇ ਲਾਹਾ ਇਹ ਲਿਆ ਕਿ ਮਨਜੀਤ ਦਾ ਘਰ ਆਪਣੇ ਨਾਮ ਲਵਾ ਲਿਆ ਕਿਉਂਕਿ ਇਹਨਾਂ ਯਾਰਾਂ ਬੇਲੀਆਂ ਦੇ ਕਹਿਣ ਤੇ ਹੀ ਮਨਜੀਤ ਨੇ ਘਰ ਵੇਚ ਦਿੱਤਾ ਸੀ। ਪ੍ਰਸ਼ਨ ਨੰਬਰ 4, ਕਹਾਣੀ ਦੇ ਵਿਸ਼ੇ ਦੇ ਆਧਾਰ ਉੱਤੇ ਹੇਠ ਲਿਖਿਆਂ ਦੇ ਸਹੀ ਮਿਲਾਨ ਕਰੋ। ਤਾਂ ਪਿਆਰੇ ਵਿਦਿਆਰਥੀਓ, ਸਾਡੇ ਕੋਲੋਂ ਸ਼ਬਦ ਹਨ ਸ਼ਰਾਬ, ਗੁਰਦਿੱਤ ਸਿਉ, ਭੂਆ, ਮੈਂ ਪਾਤਰ, ਯਾਰ ਬੇਲੀ। ਦੂਜੇ ਪਾਸੇ ਹਨ ਬੁਰੀ ਸੰਗਤ, ਦੁਖਦਾਇਕ ਜੀਵਨ, ਸਮਾਜ ਸੁਧਾਰਕ, ਤਬਾਹੀ, ਆਪਣਿਆਂ ਦਾ ਦਰਦ ਸਮਝਣ ਵਾਲਾ। ਤਾਂ ਪਿਆਰੇ ਵਿਦਿਆਰਥੀਓ, ਸ਼ਰਾਬ ਜਿਹੜੀ ਹੈ ਉਸ ਦਾ ਮਿਲਾਨ ਹੋਵੇਗਾ ਤਬਾਹੀ ਨਾਲ। ਗੁਰਦਿੱਤ ਸਿਉ ਇਹ ਸਮਾਜ ਸੁਧਾਰਕ ਸੀ, ਇਸ ਕਰਕੇ ਗੁਰਦਿੱਤ ਸਿਉ ਦਾ ਮਿਲਾਨ ਕਰਾਂਗੇ ਸਮਾਜ ਸੁਧਾਰਕ ਨਾਲ। ਭੂਆ, ਕਿਉਂਕਿ ਭੂਆ ਜਿਹੜਾ ਪਾਤਰ ਹੈ ਇਹ ਦੁਖੀ ਹੈ, ਇਸ ਕਰਕੇ ਭੂਆ
ਸ਼ਬਦ ਦਾ ਮਿਲਾਨ ਕਰਾਂਗੇ ਦੁਖਦਾਇਕ ਜੀਵਨ ਨਾਲ। ਮੈਂ ਪਾਤਰ ਜਿਹੜਾ ਹੈ, ਲੇਖਕ ਹੈ ਜਿਹੜਾ ਮੈਂ, ਇਸ ਦਾ ਅਸੀਂ ਮਿਲਾਨ ਕਰਾਂਗੇ ਆਪਣਿਆਂ ਦਾ ਦਰਦ ਸਮਝਣ ਵਾਲਾ। ਅੱਗੇ ਹੈ ਜੀ ਯਾਰ ਬੇਲੀ। ਤਾਂ ਕਹਾਣੀ ਦੇ ਵਿੱਚ ਜਿਹੜੇ ਯਾਰ ਬੇਲੀ ਨੇ, ਕਿਉਂਕਿ ਉਹ ਬੁਰੇ ਨੇ, ਬੁਰੀ ਸੰਗਤ ਹੈ, ਇਸ ਕਰਕੇ ਯਾਰ ਬੇਲੀ ਸ਼ਬਦ ਦਾ ਮਿਲਾਨ ਕਰਾਂਗੇ ਬੁਰੀ ਸੰਗਤ ਨਾਲ। ਇਸ ਤਰ੍ਹਾਂ ਪ੍ਰਸ਼ਨ ਨੰਬਰ 4 ਦਾ ਉੱਤਰ ਹੋਵੇਗਾ ਸ਼ਬਦ ਸਹੀ ਮਿਲਾਨ, ਬ੍ਰੈਕਟ ਦੇ ਵਿੱਚ ਲਿਖਣਾ ਹੈ ਸ਼ਬਦ। ਸ਼ਰਾਬ ਤਬਾਹੀ, ਗੁਰਦਿੱਤ ਸਿਉ ਸਮਾਜ ਸੁਧਾਰਕ, ਭੂਆ ਦੁਖਦਾਇਕ ਜੀਵਨ, ਮੈਂ ਪਾਤਰ ਆਪਣਿਆਂ ਦਾ ਦਰਦ ਸਮਝਣ ਵਾਲਾ, ਯਾਰ ਬੇਲੀ ਬੁਰੀ ਸੰਗਤ। ਪ੍ਰਸ਼ਨ ਨੰਬਰ 5 ਤੁਹਾਡੇ ਆਲੇ ਦੁਆਲੇ ਕਹਾਣੀ ਨਾਲ ਮਿਲਦੀ ਜੁਲਦੀ ਸਮਾਜਿਕ ਬੁਰਾਈ ਨਾਲ ਸੰਬੰਧਿਤ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ ਅਤੇ ਉਸ ਬੁਰਾਈ ਨੂੰ ਦੂਰ ਕਰਨ ਲਈ ਆਪਣੇ ਸੁਝਾਅ ਲਗਭਗ 100 ਸ਼ਬਦਾਂ ਵਿੱਚ ਬਿਆਨ ਕਰੋ। ਪ੍ਰਸ਼ਨ ਨੰਬਰ 5 ਉੱਤਰ ਕਹਾਣੀ ਉਮੀਦ। ਸ਼ੇਰੇ ਦੇ ਪਿਤਾ ਜੀ ਦੀ ਮੌਤ 'ਤੇ ਅਫਸੋਸ ਕਰਨ ਮੈਂ ਸ਼ੇਰੇ ਦੇ ਘਰ ਗਿਆ। ਸ਼ੇਰਾ ਜੋ ਪਹਿਲਾਂ ਦੇਖਣ 'ਤੇ ਤਕੜਾ ਸੋਹਣਾ ਗੱਭਰੂ ਲੱਗਦਾ ਸੀ, ਹੁਣ ਗੱਲਾਂ ਪਿਚਕੀਆਂ ਵਾਲਾ ਕਮਜ਼ੋਰ ਵਿਅਕਤੀ ਲੱਗਦਾ ਸੀ। ਉਸ ਨੂੰ ਵੇਖ ਕੇ ਮੈਨੂੰ ਇੰਜ ਲੱਗਿਆ ਜਿਵੇਂ ਕੋਈ ਸ਼ੇਰ ਚੂਹਾ ਬਣ ਗਿਆ ਹੋਵੇ। ਰਿਸ਼ਤੇਦਾਰਾਂ ਤੋਂ ਪਤਾ ਲੱਗਿਆ ਕਿ ਸ਼ੇਰਾ ਨਸ਼ਿਆਂ ਵਿੱਚ ਪੈ ਗਿਆ ਹੈ, ਆਪਣੇ ਆਪ ਆਪਣੇ ਟੀਕੇ ਲਗਾਉਂਦਾ ਹੈ। ਸਭ ਮਨ ਵਿੱਚ ਧਾਰੀ ਬੈਠੇ ਸਨ ਕਿ ਬਚਦਾ ਇਹ ਵੀ ਨਹੀਂ। ਰਿਸ਼ਤੇਦਾਰਾਂ ਦੇ ਅਤੇ ਮੇਰੇ ਸਮਝਾਉਣ 'ਤੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਲਿਜਾਇਆ ਗਿਆ। ਭਾਵੇਂ ਸ਼ੇਰੇ ਲਈ ਕੰਮ ਬਹੁਤ ਔਖਾ ਸੀ, ਪਰ ਉਸਨੇ ਪਰਿਵਾਰ ਲਈ ਨਸ਼ਾ ਸਦਾ ਲਈ ਛੱਡ ਦਿੱਤਾ। ਹੁਣ ਸ਼ੇਰਾ ਪਸ਼ੂ ਗੱਡੀ ਲੈ ਕੇ ਖੇਤ ਜਾ ਰਿਹਾ ਹੁੰਦਾ ਹੈ ਤੇ ਜਾਂਦੇ ਜਾਂਦੇ ਮੈਨੂੰ ਸਤਿ ਸ੍ਰੀ ਅਕਾਲ ਵੀ ਬੁਲਾ ਦਿੰਦਾ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਵੀ ਕੋਈ ਕਹਾਣੀ ਲਿਖ ਸਕਦੇ ਹੋ। ਜੇਕਰ ਨਾ ਸੁਝੇ ਤਾਂ ਪਾਤਰ ਦੇ ਨਾਮ ਬਦਲ ਕੇ ਇਹ ਕਹਾਣੀ ਲਿਖ ਸਕਦੇ ਹੋ। ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ ਕਹਾਣੀ ਵਿਸ਼ਲੇਸ਼ਣ ਦੇ ਆਧਾਰ ਉੱਤੇ ਉਪਰੋਕਤ ਕਿਰਿਆਵਾਂ ਕਰਨ ਉਪਰੰਤ ਵਿਦਿਆਰਥੀ ਹੇਠ ਲਿਖੀ ਵਰਕਸ਼ੀਟ ਦੀਆਂ ਖਾਲੀ ਥਾਵਾਂ ਨੂੰ ਆਪਣੇ ਸ਼ਬਦਾਂ ਨਾਲ ਇਸ ਤਰ੍ਹਾਂ ਭਰਨਗੇ ਕਿ ਉਸ ਵਿੱਚੋਂ ਨੇਕ ਇਨਸਾਨ ਬਣ ਕੇ ਨਸ਼ਿਆਂ ਨੂੰ ਸਮਾਜ ਵਿੱਚੋਂ ਦੂਰ ਕੀਤਾ ਜਾ ਸਕੇ। ਭੂਆ ਪਤੀ ਤੇ ਪੁੱਤਾਂ ਦੀ ਨਸ਼ੇ ਦੀ ਆਦਤ ਕਾਰਨ ਬਹੁਤ ਦੁਖੀ ਸੀ। ਇਸ ਕਾਰਨ ਉਸ ਦੇ ਘਰ ਵਿੱਚ 3 ਮੌਤਾਂ ਹੋ ਚੁੱਕੀਆਂ ਸਨ। ਨਸ਼ੇ ਦੇ ਆਦੀ ਪੁੱਤਾਂ ਨੇ ਘਰ ਦੀ ਸਾਰੀ ਜਾਇਦਾਦ ਵੀ ਦਾਅ ਉੱਤੇ ਲਾ ਦਿੱਤੀ ਸੀ। ਘਰ ਦੀਆਂ ਨੂੰਹਾਂ ਵੀ ਨਸ਼ੇੜੀਆਂ ਕਾਰਨ ਦੁਖੀ ਸਨ। ਕੋਈ ਨਹੀਂ ਚਾਹੁੰਦਾ ਕਿ ਉਸ ਦੇ ਘਰ ਦਾ ਕੋਈ ਜੀ ਨਸ਼ੇੜੀ ਹੋਵੇ। ਆਪਣੇ ਬੱਚਿਆਂ ਨੂੰ ਵੀ ਬੁਰੀ ਸੰਗਤ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਕਹਾਣੀ ਵਿੱਚ ਵੀ ਸ਼ਰਾਬੀ ਤੇ ਐਬੀ ਦੋਸਤਾਂ ਨੇ ਆਪਣੇ ਹੀ ਦੋਸਤ ਨੂੰ ਨਸ਼ੇੜੀ ਬਣਾਇਆ ਅਤੇ ਉਸ ਦਾ ਘਰ ਵੀ ਉਜਾੜ ਦਿੱਤਾ। ਕਹਾਣੀ ਵਿੱਚ ਭੂਆ ਅਤੇ ਉਸ ਦੀਆਂ ਨੂੰਹਾਂ ਦੇ ਆਪਸੀ ਰਿਸ਼ਤੇ ਦੀ ਤਰ੍ਹਾਂ ਸਾਡੇ ਸਮਾਜ ਵਿੱਚ ਨੂੰਹ ਸੱਸ ਦਾ ਰਿਸ਼ਤਾ ਵੀ ਆਪਸੀ ਸਹਿਯੋਗ ਵਾਲਾ ਹੋਣਾ ਚਾਹੀਦਾ ਹੈ। ਮੈਂ ਇਸ ਕਹਾਣੀ ਦੇ ਪਾਤਰ ਗੁਰਦਿੱਤ ਸਿਉ ਵਰਗਾ ਬਣਾਂਗਾ, ਕਿਉਂਕਿ ਉਸਨੇ ਕਹਾਣੀ ਵਿੱਚ ਨਸ਼ਾ ਛਡਵਾਉਣ ਦਾ ਨੇਕ ਕੰਮ ਕੀਤਾ। ਮਨਜੀਤ ਨੇ ਵੱਡਿਆਂ ਦੇ ਕਹੇ ਅਨੁਸਾਰ ਚੱਲ ਕੇ ਆਪਣੇ ਮਨ ਨੂੰ ਜਿੱਤ ਕੇ ਨਸ਼ਾ ਛੱਡਿਆ। ਇਹ ਕਹਾਣੀ ਸਾਨੂੰ ਨਸ਼ਾ ਨਾ ਕਰਨ ਦੀ ਪ੍ਰੇਰਨਾ ਦਿੰਦੀ ਹੈ। ਮੈਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਦੂਜਿਆਂ ਦੀ ਮਦਦ ਦੇ ਨੇਕ ਕਾਰਜ ਕਰਾਂਗਾ। ਉਪਰੋਕਤ ਕਿਰਿਆਵਾਂ ਵਿੱਚ ਅਧਿਆਪਕ ਦੀ ਭੂਮਿਕਾ ਸਕਾਰਾਤਮਕ ਹੋਵੇਗੀ। ਅਧਿਆਪਕ ਇੱਕ ਮਾਰਗਦਰਸ਼ਕ ਹੋਵੇਗਾ। ਵਿਦਿਆਰਥੀਆਂ ਦੀ ਕਿਰਿਆਤਮਕ ਭੂਮਿਕਾ ਨਾਲ ਇਸ ਕਹਾਣੀ ਦੇ ਮਿਸਾਲੀ ਘਟਨਾਕ੍ਰਮ ਰਾਹੀਂ ਨਸ਼ਿਆਂ ਦੇ ਬੁਰੇ ਪ੍ਰਭਾਵ ਨੂੰ
ਦ੍ਰਿਸ਼ਟੀਗੋਚਰ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝ ਕੇ ਉਹਨਾਂ ਦੀ ਕਦਰ ਕਰਨ ਦੀ ਪ੍ਰੇਰਨਾ ਦਿੱਤੀ ਜਾਵੇਗੀ। ਕਹਾਣੀ ਵਿੱਚ ਭੂਆ ਦੀ ਦੁਰਦਸ਼ਾ ਦਾ ਕਾਰਨ ਉਸਦੇ ਪਰਿਵਾਰ ਵਿੱਚ ਨਸ਼ੇ ਬਣਦੇ ਹਨ। ਨਸ਼ੇ ਕਾਰਨ ਉਸਦਾ ਪਤੀ ਤੇ ਪੁੱਤ ਮੌਤਵਸ ਹੋ ਜਾਂਦੇ ਹਨ। ਘਰ ਦੀ ਅਮੀਰੀ ਗਰੀਬੀ ਵਿੱਚ ਬਦਲ ਜਾਂਦੀ ਹੈ। ਇੱਕ ਧਿਰ ਦੀ ਨਸ਼ਿਆਂ ਦੀ ਬੁਰਾਈ ਸਾਰੇ ਪਰਿਵਾਰ ਦੀ ਦੁਰਦਸ਼ਾ ਦਾ ਕਾਰਨ ਬਣਦੀ ਹੈ। ਨੂੰਹਾਂ ਆਪਣੇ ਘਰ ਨੂੰ ਸਵਰਗ ਬਣਾਉਣ ਲਈ ਆਪਣੇ ਨੇਕ ਚਰਿੱਤਰ ਉੱਤੇ ਦ੍ਰਿੜ ਰਹਿੰਦੀਆਂ ਹਨ। ਕਹਾਣੀ ਦਾ ਪਾਤਰ ਗੁਰਦਿੱਤ ਸਿੰਘ ਸਮਾਜ ਦੀ ਉਸ ਧਿਰ ਦਾ ਪ੍ਰਤੀਕ ਹੈ ਜੋ ਸਮਾਜ ਵਿੱਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸਮਾਜ ਸੁਧਾਰ ਦੇ ਮੰਤਵ ਨਾਲ ਨਿਰਸਵਾਰਥ ਕਾਰਜਸ਼ੀਲ ਰਹਿੰਦੀ ਹੈ। ਆਸ ਹੈ ਕਿ ਸਾਡਾ ਹੋਣਹਾਰ ਵਿਦਿਆਰਥੀ ਵੀ ਇਸ ਬੁਰਾਈ ਤੋਂ ਸੁਚੇਤ ਹੋ ਕੇ ਸਮਾਜ ਦੇ ਸੁਧਾਰ ਵਿੱਚ ਸਾਰਥਿਕ ਭੂਮਿਕਾ ਨਿਭਾਏਗਾ। ਪਿਆਰੇ ਵਿਦਿਆਰਥੀਓ, ਅਗਲੇ ਵੀਡੀਓ ਲੈਸਨ ਵਿੱਚ ਆਪਾਂ ਪਾਠ 6ਵਾਂ ਪੜ੍ਹਾਂਗੇ ਅਤੇ ਪ੍ਰਸ਼ਨਾਂ ਦੇ ਉੱਤਰ ਜਾਣਾਂਗੇ। ਪਿਆਰੇ ਵਿਦਿਆਰਥੀਓ, ਇੱਕ ਬੇਨਤੀ ਹੈ, ਕਿਰਪਾ ਕਰਕੇ ਮੇਰੇ ਚੈਨਲ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਨੂੰ ਆਪ ਵੀ ਸਬਸਕ੍ਰਾਈਬ ਕਰ ਲਓ ਤੇ ਦੂਜਿਆਂ ਨੂੰ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਕਹੋ। ਜੇਕਰ ਤੁਹਾਨੂੰ ਇਸ ਵੀਡੀਓ ਤੋਂ ਕੁਝ ਫਾਇਦਾ ਹੋਇਆ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਜ਼ਰੂਰਤਮੰਦ ਵਿਦਿਆਰਥੀਆਂ ਤੱਕ ਪਹੁੰਚ ਜਾਵੇ। ਵੀਡੀਓ ਨੂੰ ਅੰਤ ਤੱਕ ਦੇਖਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ, ਫਿਜ਼ੀਕਲ ਐਜੂਕੇਸ਼ਨ ਤੋਂ ਇਲਾਵਾ ਤੁਸੀਂ ਇਸ ਚੈਨਲ ਤੇ ਇੰਗਲਿਸ਼, ਹਿਸਟਰੀ, এনवायरमेंट, ਸਮਾਜ ਸੇਵਾ, ਕਰੋਨਾ ਕੇਅਰ ਆਦਿ ਅਨੇਕਾਂ ਟੌਪਿਕਸ ਤੇ ਵੀਡੀਓ ਵੇਖ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਧੰਨਵਾਦ। YouTube ਦੀ ਸਰਚ ਬਾਰ ਦੇ ਵਿੱਚ ਆਪਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਣਾ ਹੈ। ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ, ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਹੈ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਤੇ ਹੇਠਾਂ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ। ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ। ਜੇਕਰ ਕੋਈ ਵੀਡੀਓ ਦੇਖ ਰਹੇ ਹੋ, ਜਿਵੇਂ ਕਿ ਆਪਾਂ ਚੈਨਲ ਖੋਲ ਲਿਆ ਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ, ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਉਣਗੀਆਂ। ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ। ਇੱਥੇ ਜਿੱਥੇ ਫੋਟੋ ਲੱਗੀ ਹੈ ਹੇਠਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਿਆ ਹੋਇਆ ਹੈ, ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ। ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ, ਤੇ ਤੁਹਾਡੇ ਕੋਲ 3 ਆਪਸ਼ਨਸ ਆਉਣਗੀਆਂ। ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ 3 ਆਪਸ਼ਨਸ ਆਉਣਗੀਆਂ। ਉਹਦੇ ਉੱਪਰ ਲਿਖਿਆ ਹੋਇਆ ਆਲ, ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ। ਸਬਸਕ੍ਰਾਈਬ ਕਰਨ ਲਈ ਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।